ਤੇ महाराज ਜਦੋਂ वेद हैगे ने फिर बाकी ਦੇ उपदेश ਦੀ ਕੀ ਲੋੜ ਪੈ ਗਈ। ਤੇ ਜਦੋਂ सतगुरु महाराज ਨੂੰ आप ਕਹਿੰਦੇ ਹੋ कि वेद है ये ईश्वर ने वेद रचे ਹਨ ਤਾਂ ਫਿਰ ਉਹਨਾਂ ਨੂੰ ਕੀ ਲੋੜ ਪਈ ਹੈ ਉਪਦੇਸ਼ ਕਰਨ ਦੀ। महाराज ਕਹਿੰਦੇ गुरमुख ਰਹਿਆ ਸਮਾਈ, ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਉਹ ਸਰਬ ਵਿਆਪਕ ਹੈ। ਅਸਲ ਵਿੱਚ ਸਰਬ ਵਿਆਪਕ ਹੋਣ ਕਰਕੇ ਉਹ ਗੁਰੂ ਦੇ ਵਿੱਚ ਵੀ ਉਹੀ ਬੈਠਾ। ਇਸ ਕਰਕੇ ਸਰਬ ਵਿਆਪਕ ਹੋਣ ਕਰਕੇ ਅਕਾਲ ਪੁਰਖ ਨੇ ਹੀ ਉਪਦੇਸ਼ ਕੀਤਾ ਹੈ ਤੇ ਉਸੇ ਹੀ ਉਪਦੇਸ਼ ਨੂੰ ਆਪਾਂ ਨੇ ਮਿਲ ਕੇ ਕਮਾਉਣਾ। ਇਹਦੇ 'ਚ ਕੋਈ ਵਖਰੇਵਾ ਨਾ ਜਾਣੋ ਤੁਸੀਂ ਕਿ ਵੇਦ ਹਨ ਤਾਂ ਪਰਮੇਸ਼ਰ, ਹੁਣ ਪਰਮੇਸ਼ਰ ਦੀ ਜ਼ੁਬਾਨ ਬੰਦ ਹੋ ਗਈ ਇਹਨਾਂ ਗੱਲਾਂ ਕਰਕੇ ਵੀ ਵੇਦ ਹਨ ਹੁਣ ਅੱਗੇ ਪਰਮੇਸ਼ਰ ਉਪਦੇਸ਼ ਨਹੀਂ ਦੇ ਸਕਦਾ। मतलब कि 4 वेद बन गए हुण परमेश्वर अवतार नहीं लै सकता दुनिया च, लै सकता। इस करके अकाल पुरख वाहिगुरु ने जो सर्वव्यापक परिपूर्ण है, सीधा तो नहीं महाराज ये कहते कि मैं हाँ या मैं गुरु नानक हाँ या मैं निर्गुण तो ही सरगुण रूप धारण करके आया हाँ। ਹੁਣ ਇਹ ਤੇ ਲਕੋ ਰੱਖਦੇ ਨੇ, ਆ ਪਰਮੇਸ਼ਰ ਵੱਲ ਇਸ਼ਾਰਾ ਕਰਦੇ ਨੇ ਕਿ ਪਰਮੇਸ਼ਰ ਵਿਆਪਕ ਹੈ। ਸੋ ਕਹਿਣ ਲੱਗੇ ਅਸੀਂ ਤਾਂ ਪਰਮੇਸ਼ਰ ਦੇ ਉਪਦੇਸ਼ ਨੂੰ ਹੀ ਗੁਰੂ ਦਾ ਉਪਦੇਸ਼ ਸਮਝ ਕੇ ਕਮਾਉਂਦੇ ਹਾਂ। ਤੇ ਇਹਦਾ ਮਤਲਬ ਮਹਾਰਾਜ ਫਿਰ ਤੁਸੀਂ ਉਹ ਜਿਹੜਾ ਈਸ਼ਰ ਹੈ, ਉਹ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਉਹ ਜਿਹੜਾ ਪਾਰਵਤੀ, ਇਹ ਸਰਸਤੀ ਹੈ, ਇਹ ਜਿਹੜੀ ਲక్ష్ਮੀ ਹੈ, ਇਹ ਜਿਹੜੀਆਂ ਸ਼ਕਤੀਆਂ ਨੇ ਇਹਦਾ ਮਤਲਬ ਫਿਰ ਤੁਸੀਂ ਇਹਨਾਂ ਨੂੰ ਨਹੀਂ ਮੰਨਦੇ ਹੋ। ਮਹਾਰਾਜ ਕਹਿੰਦੇ ਭਾਈ ਗੱਲ ਇਹ ਹੈ ਗੁਰ ਈਸ਼ਰ ਮੇਰਾ ਜਿਹੜਾ ਅਕਾਲ ਪੁਰਖ ਹੈ ਨਾ, ਉਹ ਈਸ਼ਰ ਜਿਹੜਾ ਸ਼ਿਵ ਜੀ ਦਾ ਵੀ ਗੁਰੂ ਉਹੀ ਹੈ। ਸ਼ਿਵ ਜੀ ਦਾ ਗੁਰੂ ਕੌਣ ਹੈ? ਅਕਾਲ ਪੁਰਖ। ਅਕਾਲ ਪੁਰਖ ਨੇ ਇਹਨੂੰ ਬਣਾਇਆ। ਤੇ ਫਿਰ ਇੱਕ ਵੱਡਾ ਕੌਣ ਹੈ? ਕਹਿੰਦੇ ਗੁਰੂ। ਫਿਰ ਗੁਰੂ ਅਕਾਲ ਪੁਰਖ ਹੀ ਵੱਡੇ ਹੋਏ ਨਾ। ਗੁਰ ਗੋਰਖ, ਗੋ ਧਰਤੀ ਦੀ ਰੱਖਿਆ ਕਰਨੇ ਕਰਕੇ ਇਹਦਾ ਨਾਮ ਗੋਰਖ ਪੈਂਦਾ ਵਿਸ਼ਨੂੰ ਦਾ। ਇਹ ਜਿਹੜੇ ਵਿਸ਼ਨੂੰ ਜੀ ਨੇ, ਸੋ ਇਹ ਅਕਾਲ ਪੁਰਖ ਵਿਸ਼ਨੂੰ ਦਾ ਵੀ ਗੁਰੂ ਹੈ। ਮੇਰਾ ਜਿਹੜਾ ਸਤਿਗੁਰੂ ਹੈ ਨਾ ਅਕਾਲ ਪੁਰਖ, ਕਿਉਂਕਿ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੂੰ ਹੀ ਆਪਣਾ ਸਤਿਗੁਰੂ ਮੰਨਦੇ ਨੇ, ਕਿਉਂਕਿ ਉਹਨਾਂ ਨੇ ਮੂਲ ਮੰਤਰ, ਗੁਰਮੰਤਰ, ਮਾਲਾ ਮੰਤਰ ਤਾਂ ਅਕਾਲ ਪੁਰਖ ਨੇ ਹੀ ਬਖਸ਼ਿਆ। ਗੁਰੂ ਨਾਨਕ ਦੇਵ ਜੀ ਕਹਿੰਦੇ ਸਾਨੂੰ, ਇਸ ਕਰਕੇ ਅਸੀਂ ਉਹਨਾਂ ਨੂੰ ਹੀ ਆਪਣਾ ਗੁਰੂ ਮੰਨਦੇ ਹਾਂ। ਤੇ ਮੇਰਾ ਗੁਰੂ ਹੀ ਜਿਹੜਾ ਹੈ ਉਹੀ ਇਹਨਾਂ ਦਾ ਗੁਰੂ ਹੈ, ਉਹੀ ਵੱਡਾ ਬਰਮਾ ਗੁਰ। ਇਹ ਜਿਹੜਾ ਬ੍ਰਹਮਾ ਹੈ ਇਹਦਾ ਗੁਰੂ ਵੀ ਅਕਾਲ ਪੁਰਖ ਹੀ ਹੈ। ਸੋ ਇਸੇ ਪ੍ਰਕਾਰ ਇਹ ਜਿਹੜੀ ਪਾਰਵਤੀ ਹੈ ਇਹ ਸ਼ਕਤੀ ਹੈ, ਇਹਦਾ ਵੀ ਗੁਰੂ ਉਹੀ ਹੈ ਬਣਾਉਣ ਵਾਲਾ ਇਹਨੂੰ। ਮਾਂ ਤੋਂ ਭਾਵ ਮਾਇਆ ਜਿਹੜੀ ਲక్ష్ਮੀ ਹੈ ਇਹਦਾ ਵੀ ਗੁਰੂ ਉਹੀ ਹੈ। ਈ ਤੋਂ ਭਾਵ ਸਰਸਤੀ ਹੈ, ਇਹ ਜਿਹੜੀ ਸਰਸਤੀ ਹੈ ਇਹਦਾ ਗੁਰੂ ਵੀ ਉਹੀ ਹੈ। ਸੋ ਇਸ ਕਰਕੇ ਮੇਰਾ ਸਤਿਗੁਰੂ ਸਮਰੱਥ ਹੈ ਅਕਾਲ ਪੁਰਖ। ਉਸ ਸਤਿਗੁਰੂ ਸਮਰੱਥ ਨੇ ਇਹਨਾਂ ਨੂੰ ਬਣਾਇਆ ਹੈ। ਤਾਂ ਤੇ ਮੈਂ ਆਪਣੇ ਸਤਿਗੁਰੂ ਨੂੰ ਹੀ ਸਾਰਾ ਕੁਝ ਮੰਨਦਾ। ਦੂਸਰੇ ਭਾਵ ਵਿੱਚ ਕਹਿੰਦੇ ਨੇ ਗੁਰ ਈਸ਼ਰ। ਮੇਰਾ ਜਿਹੜਾ ਗੁਰੂ ਹੈ ਨਾ ਅਕਾਲ ਪੁਰਖ ਵਾਹਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ। ਕਿਵੇਂ? ਕਹਿੰਦੇ ਈਸ਼ਰ ਸ਼ਿਵ ਜੀ ਦਾ ਕੀ ਕੰਮ ਹੈ? ਕਹਿੰਦੇ ਜੀ ਸੰਘਾਰ ਕਰਨਾ, ਦੁਨੀਆ ਦਾ ਮਾਰਨਾ। ਕਹਿੰਦੇ ਬਸ ਮੇਰਾ ਸਤਿਗੁਰੂ ਕੀ ਕਰਦਾ? ਮੇਰਾ ਸਤਿਗੁਰੂ ਸਿੱਖ ਦੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸੰਘਾਰ ਕਰਦਾ। ਇਹ ਤਾਂ ਦੁਨੀਆ ਦਾ ਸੰਘਾਰ ਕਰਦਾ ਨਾ। ਸ਼ਿਵ ਜੀ ਨੇ ਤਾਂ ਖੁਦ ਕਾਮ ਨੇ ਘੇਰ ਲਿਆ ਸੀ, ਤਾਂ ਕਈ ਵਾਰ ਕ੍ਰੋਧੀ ਹੋ ਕੇ ਹੋਰ ਹੀ ਪੁੱਠੇ ਕੰਮ ਕਰ ਦਿੰਦਾ। ਪਰ ਮੇਰਾ ਅਕਾਲ ਪੁਰਖ ਰਮਿਆ ਹੋਇਆ ਪਰਮੇਸ਼ਰ ਰਾਮ, ਉਹ ਮੇਰਾ ਗੁਰਮੁਖ, ਉਹ ਮੇਰਾ ਸਤਿਗੁਰੂ, ਮੇਰੇ ਲਈ ਤਾਂ ਉਹੀ ਈਸ਼ਰ ਹੈ ਜਿਹੜਾ ਲੱਭ, ਲੋਭ, ਕਾਮ, ਕ੍ਰੋਧ, ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਚੌਥੇ ਪਾਤਸ਼ਾਹ ਮਹਾਰਾਜ ਦੀ ਪੰਕਤੀ ਹੈ।
सतगुरु महाराज कहने सतगुरु का काम की है, जिहड़ा सिख सतगुरु की संगत करदा सतगुरु उहदे अंदरों माड़ियां सारियां चीज़ां नूं पट के बाहर सुट दिंदे ने। इस करके मेरे लिए तो मेरा सतगुरु ही मेरा शिव है। गुर गोरख जिहड़ा विष्णु नूं तुसीं मनदे हो, महाराज कहने मेरा तो गुरु अकाल पुरख सतगुरु ही मेरा विष्णु है। विष्णु की काम करते हैं? कहते गो धरती की रख रखिया करते हैं, पालना करते हैं, रोजी रोटी दिंदे ने। सो महाराज सच्चे पातशाह कहन लगे मेरे सतगुरु मैनू दिंदे ने, सब कुछ दिंदे ने। जितड़े फल मन बांछिया तितड़े सतगुर पास। क्योंकि ये नजरिया है आपो अपना। लोग देवतियां नूं मनदे ने, पर गुरु नानक देव जी कहते हैं वो मालक नूं मनो, मालक नूं, वो जिहड़ा मालक सारियां नूं दिंदा, जिहड़े मालक ने इन्हां नूं बनाया, वो ईश्वर विच जिहड़ा शिव जी च समर्था कित्थों आ गई दुनिया नूं मारन दी। जे परमात्मा शिव जी जो अपनी सत्ता खिंच लवे तो ये की कर सकता? कुछ नहीं कर सकता है। एक दिन ਇਹਦਾ भी खात्मा हुंदा है। शिव जी ने भी मौत आउंदी एक दिन। 10वें पातशाह लिखते ने ब्रह्म महेश्वर विष्णु सची पत अंत फसे जम फास पर आए। लास्ट इन्हां नूं भी अखीर जदों इन्हां दा भी हिसाब हुंदा, फिर धर्मराजे कोल इन्हां नूं भी खाता खिलाउणा पैंदा जाके, आ साडा हिसाब भी करो जी। जे इन्हां तो भी कोई गलती हुई हुंदी है, इन्हां नूं भी उहदी सज़ा भुगतनी पैंदी। फिर ये कित्थों सतगुरु हो गए? ये तो साडे ही सतगुरु ने, जिन्होंने आल इन आल आपे आप निरंजन सोए, जिन्होंने कोई नहीं पुछ गिछ, बाकियां सारियां तो पुछ गिछ हुंदी है, उहदे मुताबक उन्होंने सज़ा भी मिलती है। इन्हों श्राप भी हो जाते हैं, जाओ जाके धरती ते फलाने थां फलानी चीज़ बन, क्योंकि तू आ गलती की है। कदे देखा कि महाराज नूं किसी ने कहा तू फलाने थां फलानी चीज़ बन जाके? इस करके इन्हां दी इन्नी समर्था नहीं जिन्नी वधाई जा रहे हो तुसीं तो इन्हां नूं परमात्मा बनाई जाते हो, तो परमात्मा नूं परमात्मा किहने मनना? महाराज कहने दसो आउंदे नहीं चक्रां च? कोई नहीं श्राप। नारद मुनि ने श्राप दिता नहीं गा विष्णु नूं भी जा तू भी रोंदा फिरेगा इस्त्री दे पिछे, रामचंद्र रूप होकर रोए नहीं? दिमाग बंद हो गए सब दे, हाँ जी रोए सीगे। क्यों हुण कृष्ण जी नूं श्राप नहीं होए? रामचंद्र के रूप में श्राप नहीं होए? फिर ये श्राप होए तो कृष्ण जी के पैर च तीर लग्या सी, उदों श्राप नहीं होया? वो सारे श्राप करके ही तीर वज्या सी। महाराज कहने जब तुसीं इन्हां नूं भगवान मन्नी जांदे हो, तो फिर असली भगवान तक कद पहुंचोगे तुसीं? गुर गोरख वो मेरा तो सतगुरु अकाल पुरख वाहिगुरु ही मेरा विष्णु है, मैं तो उसे नहीं मानता सब कुछ। ब्रह्मा गुर मेरा गुरु जिहड़ा अकाल पुरख है वही मेरा ब्रह्मा है। क्योंकि ब्रह्मा की काम करता? कहने जी सृष्टि की साजना करता। कहने साडे सतगुरु भी सिख की साजना ही करते हैं। सिख नूं पहला तो वो जिन तू साज सवार शिंगारिया, पहला तो माता के उदर विच एक जन्म तो यह हुंदा। एक जन्म सिख का उदों हुंदा जदों खंडे बाटे का अमृत छकदा, चाहे चरण पहुल लैंदा। जिन तू साज पहला तो कटड़ बटड़ दाड़ी लई फिरदा सीगा। महाराज कहने पहला दाड़ी रख, होए ठीक हो, पहला केस रख, दाड़ी केस दस्तार बन सिर ते, चंगे सोहने कपड़े पा। पहले तो साज साजिया चंगी तरह, खालसे की साजना की महाराज ने। फिर सवारिया इनू 5 ककारां राही, फिर शिंगारिया इनू बाणी राही शुभ गुणा राही। ये साडा एक होर जन्म हुंदा। जिन तू साज सवार सिगारिया, गर्भ अगन मह जिन्हें उबारिया। माता दे उदर नूं ही कल्ला गर्भ ना मन्नी जाओ। जैसी अग्न उदर में तैसी बाहर माया। ये संसार भी एक गर्भ है जिहदे विच आपां पल रहे हैं, जन्म लै रहे हैं, बन रहे हैं कुछ। सो महाराज सच्चे पातशाह कहन लगे ब्रह्मा ये साजदा ना सृष्टि नूं, मेरे सतगुरु मेरे विच शुभ गुणां नूं साजदे ने।
ਬਣਾਉਂਦੇ ਨੇ। ਬ੍ਰਹਮਾ ਸ੍ਰਿਸ਼ਟੀ ਸਾਜਣ ਜੋਗਾ ਹੀ ਹੈ। ਐ ਮਿੱਟੀ ਦੇ ਪੁਤਲੇ ਬਣਾ ਬਣਾ ਕੇ ਬ੍ਰਹਮਾ ਰੱਖੀ ਜਾਂਦਾ ਹੈ। ਬ੍ਰਹਮਾ ਚੇਤਨ ਸੱਤਾ ਤਾਂ ਨਹੀਂ ਦੇ ਸਕਦਾ। ਜਿਹੜੀ ਬੱਚੇ 'ਚ ਜਾਨ ਪੈਂਦੀ ਉਹ ਬ੍ਰਹਮਾ ਤਾਂ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਕਿ ਪਾਉਂਦਾ ਹੈ, ਦੱਸੋ ਤਾਂ ਮੈਨੂੰ ਕਿ ਬ੍ਰਹਮਾ ਬੰਦਿਆਂ 'ਚ ਜਾਨ ਪਾਉਂਦਾ? ਕਹਿੰਦੇ ਨਹੀਂ ਜੀ, ਬ੍ਰਹਮਾ ਤਾਂ ਇਕੱਲਾ ਸਰੀਰ ਹੀ ਬਣਾਉਂਦਾ। ਤੇ ਫਿਰ ਤੁਸੀਂ ਬ੍ਰਹਮਾ ਨੂੰ ਰੱਬ ਕਿਵੇਂ ਮੰਨ ਲਿਆ? ਉਹ ਬ੍ਰਹਮਾ ਤਾਂ ਸਿਰਫ ਇੱਕ ਸਰੀਰ ਨੂੰ ਬਣਾਉਂਦਾ। ਪੰਜਾਂ ਤੱਤਾਂ ਦੀ ਮਿੱਟੀ ਕਿਹਨੇ ਬਣਾਈ? ਉਹ ਪੰਜ ਤੱਤ ਕਿਹਨੇ ਬਣਾਏ ਨੇ? ਬਈ ਬ੍ਰਹਮਾ ਨੇ ਬਣਾਏ ਨੇ। ਕਹਿੰਦੇ ਨਹੀਂ ਜੀ, ਇਹ ਤਾਂ ਪ੍ਰਮਾਤਮਾ ਨੇ ਬਣਾਏ ਨੇ। ਫਿਰ ਤੁਸੀਂ ਬ੍ਰਹਮਾ ਨੂੰ ਹੀ ਕਿਵੇਂ ਪ੍ਰਮਾਤਮਾ ਮੰਨ ਲਿਆ? ਉਹ ਪੰਜ ਤੱਤ ਉਹਨੇ ਬਣਾਏ ਨੇ। ਪੰਜਾਂ ਤੱਤਾਂ ਦੀ ਮਿੱਟੀ ਲੈ ਕੇ ਅੱਗੇ ਬੰਦਿਆਂ ਨੂੰ ਇਹ ਬਣਾਉਂਦਾ। ਜਦੋਂ ਅੰਗ ਪ੍ਰਤੰਗ ਬਣ ਜਾਂਦੇ ਨੇ ਬੱਚੇ ਦੇ, ਤਾਂ ਉਹਦੀ ਜੋਤ ਇਹਦੇ 'ਚ ਪ੍ਰਵੇਸ਼ ਕਰਦੀ, ਤਾਂ ਹਿੱਲਣ ਜੁਲਣ ਲੱਗਦਾ। ਇਸ ਕਰਕੇ ਕੌਣ ਵੱਡਾ, ਬ੍ਰਹਮਾ ਵੱਡਾ ਕਿ ਪ੍ਰਮਾਤਮਾ ਵੱਡਾ? ਤਾਂ ਕਹਿਣ ਲੱਗੇ ਜੀ ਪ੍ਰਮਾਤਮਾ ਹੀ ਵੱਡਾ ਹੈ। ਸੋ ਮਹਾਰਾਜ ਕਹਿਣ ਲੱਗੇ ਫਿਰ ਅੱਗੇ, ਹੁਣ ਤੁਸੀਂ ਕਹਿੰਦੇ ਹੋ ਪਾਰਬਤੀ ਤੇ ਮਾਈ। ਇਹ ਜਿਹੜੀ ਪਾਰਬਤੀ ਸ਼ਕਤੀ ਹੈ, ਈਸ਼ਰ ਦੇ ਘਰ ਵਾਲੀ, ਭਾਵ ਸ਼ਿਵ ਜੀ ਦੇ ਘਰ ਵਾਲੀ ਇਸਤਰੀ ਹੈ ਪਾਰਬਤੀ। ਮੈਂ ਤਾਂ ਆਪਣਾ ਸਾਰਾ ਕੁਝ ਪਾਰਬਤੀ ਵੀ ਉਸੇ ਨਹੀਂ ਮੰਨਦਾ। ਪਾਰਬਤੀ ਨੂੰ ਕਿਉਂ ਮੰਨਦੇ ਆ? ਕਿਉਂਕਿ ਪਾਰਬਤੀ ਜਿਹੜੀ ਹੈ ਇਹਦਾ ਨਿਸ਼ਚਾ ਅਡੋਲ ਹੈ। ਅਡੋਲ ਨਿਸ਼ਚੇ ਨਾਲ ਇਹ ਹਰ ਜਨਮ ਵਿੱਚ ਸ਼ਿਵ ਜੀ ਨਾਲ ਹੀ ਵਿਆਹ ਕਰਾਉਂਦੀ। ਮਹਾਰਾਜ ਕਹਿੰਦੇ ਇਹਨੂੰ ਤਾਂ ਤੁਸੀਂ ਛੱਡੋ, ਸਾਡਾ ਤਾਂ ਆਪਣਾ ਨਿਸ਼ਚਾ ਅਡੋਲ ਪਾਰ ਬ੍ਰਹਮ ਤੇ ਹੀ ਹੈ। ਇਸ ਕਰਕੇ ਮਾਇਆ ਜਿਹੜੀ ਲక్ష్ਮੀ ਹੈ, ਉਹ ਲక్ష్ਮੀ ਕੀ ਦਿੰਦੀ ਹੈ ਬੰਦੇ ਨੂੰ? ਕਹਿੰਦੇ ਬਹੁਤ ਸਾਰਾ ਧਨ ਦੌਲਤ ਪਦਾਰਥ, ਸੋਨਾ ਚਾਂਦੀ ਹੀਰੇ ਮੋਤੀ ਲక్ష్ਮੀ ਦਿੰਦੀ ਹੈ। ਮਹਾਰਾਜ ਕਹਿੰਦੇ ਫਿਰ ਨਿਰੀ ਮਾਇਆ ਨਾਲ ਬੰਦਾ ਕਿਤੇ ਬ੍ਰਹਮ ਗਿਆਨੀ ਬਣ ਜਾਂਦਾ? ਸਾਡੇ ਸਤਿਗੁਰੂ ਵੱਲ ਦੇਖੋ, ਮੇਰੀ ਤਾਂ ਲక్ష్ਮੀ ਵੀ ਮਹਾਰਾਜ ਹੀ ਹੈ ਮੇਰਾ, ਜਿਹੜਾ ਮੈਨੂੰ ਦਿੰਦਾ ਧਰਮ ਅਰਥ ਕਾਮ ਮੋਖ। ਲక్ష్ਮੀ ਤਾਂ ਧਰਮ ਨਹੀਂ ਨਾ ਦੇ ਸਕਦੀ। ਲక్ష్ਮੀ ਕੋਲ ਧਰਮ ਕਿੱਥੇ? ਉਹ ਤਾਂ ਇਕੱਲੀ ਮਾਇਆ ਵਰਤਾ ਸਕਦੀ ਹੈ। ਇਹ ਤਾਂ ਇੱਕ ਇਹਦੀ ਮਾਮੂਲੀ ਜੀ ਸ਼ਕਤੀ ਸੀ। ਤੁਸੀਂ ਉਹ ਸ਼ਕਤੀਆਂ ਨੂੰ ਹੀ ਮੰਨੀ ਜਾਂਦੇ ਹੋ, ਸ਼ਕਤੀਆਂ ਨੂੰ ਮੱਥੇ ਟੇਕੀ ਜਾਂਦੇ ਹੋ। ਇਸ ਕਰਕੇ ਇਹ ਜਿਹੜੀ ਮਾਇਆ ਹੈ ਨਾ, ਲక్ష్ਮੀ ਹੈ, ਲక్ష్ਮੀ ਨੂੰ ਮੰਨਣ ਦੀ ਜਗ੍ਹਾ ਤੇ ਸਤਿਗੁਰੂ ਨੂੰ ਮੰਨੋ। ਜਿਹੜਾ ਕੁਝ ਦੇਣਾ ਹੈ ਉਹ ਸਤਿਗੁਰੂ ਨੇ ਦੇਣਾ ਹੈ। ਸਤਿਗੁਰੂ ਜੀ ਦੇ ਸ਼ਬਦ ਨਾਲ ਹੀ ਕੰਮ ਕਰ ਲਓ, ਡਾਇਰੈਕਟ ਲక్ష్ਮੀ ਦੀ ਪੂਜਾ ਨਾ ਕਰੋ। ਬਹੁਤ ਸਾਰੇ ਲੋਕ ਆਪਣੇ ਘਰ 'ਚ ਫਿਰ ਲక్ష్ਮੀ ਦਾ ਕੈਲੰਡਰ ਲਾਉਣਗੇ। ਚੰਗੇ ਚੰਗੇ ਗੁਰਸਿੱਖਾਂ ਦੇ ਘਰੇ ਵੀ ਲక్ష్ਮੀ ਦਾ ਕੈਲੰਡਰ ਲੱਗਿਆ ਹੁੰਦਾ। ਲక్ష్ਮੀ ਨੂੰ ਵੀ ਮੱਥਾ ਟੇਕਦੇ ਨਾਲ ਵੀ ਬੇਬੇ ਆ ਜਾ, ਦਰਸ਼ਨ ਦੇ ਜਾ ਘਰੇ। ਉਹ ਬੇਬੇ ਨੂੰ ਬੁਲਾਈ ਜਾਂਦੇ ਰਹਿੰਦੇ ਆਪਣੀ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਦ ਤੁਹਾਨੂੰ ਇਹ ਨਹੀਂ ਪਤਾ ਸੂਰਜ ਦੀਆਂ ਕਿਰਨਾਂ ਸੂਰਜ ਵਿੱਚੋਂ ਨਿਕਲਦੀਆਂ, ਜਿਹੜਾ ਬੰਦਾ ਕਿਰਨਾਂ ਦੀ ਪੂਜਾ ਕਰਨ ਲੱਗ ਜਾਏ ਉਹਦੇ ਵਰਗਾ ਝੱਲਾ ਕੌਣ ਹੋ ਸਕਦਾ? ਹੋਰ ਸੂਰਜ ਨੂੰ ਸਿੱਧਾ ਮੰਨ ਲਈਏ, ਨਮੋ ਸੂਰਜ ਸੂਰਜੇ, ਸੂਰਜਾਂ ਦਾ ਵੀ ਸੂਰਜ ਅਕਾਲ ਪੁਰਖ ਵਾਹਿਗੁਰੂ। ਵਾਹਿਗੁਰੂ ਨੇ ਸਭ ਨੂੰ ਬਣਾਇਆ। ਲక్ష్ਮੀ ਹੁਣੀ ਕੁਝ ਵੀ ਨਹੀਂ ਹੈ, ਦੇਵਤੇ ਦੇਵੀਆਂ ਕੁਝ ਵੀ ਨਹੀਂ ਹੈ। ਕਿਉਂਕਿ ਤੁਹਾਨੂੰ ਹਲੇ ਇਸ ਗੱਲ ਦਾ ਪ੍ਰੈਕਟੀਕਲ ਨਹੀਂ ਹੈ ਵੀ ਲక్ష్ਮੀ ਦੀ ਜਗ੍ਹਾ ਪਤਾ ਕਿੱਥੇ ਆ। ਵੈਸੇ ਤਾਂ ਖੱਬੇ ਹੱਥ ਖੜਦੀ ਮਹਾਰਾਜ ਦੇ, ਪਰ ਜਦ ਸੰਗਤ ਆ ਜੇ ਤਾਂ ਇਹ ਜਾ ਕੇ ਜਿਹੜਾ ਜਿੱਥੇ ਆਪਾਂ ਪੈਰ ਪੂੰਝ ਕੇ ਅੰਦਰ ਵੜਦੇ, ਜਿਹੜੇ ਮੈਟ ਤੇ ਉੱਥੇ ਬੈਠੀ ਹੁੰਦੀ ਹੈ ਲਾਗੇ ਜੇ। ਸਾਰੀ ਸੰਗਤ ਦੇ ਚਰਨ ਝਾੜਦੀ ਹੈ, ਇਹ ਸੇਵਾ ਕਰਦੀ ਹੈ। ਸਤਿਗੁਰੂ ਦੇ ਦਰ ਤੇ ਇਹਨਾਂ ਦੀ ਮਹਾਨਤਾ ਕਿਉਂ ਬਣਾਤੀ? ਜਿਵੇਂ ਆਪਾਂ ਅੱਜ ਕੱਲ੍ਹ ਬਣਾਈ ਹੋਈ ਹੈ, ਮਾਇਆ ਗੋਲਕ ਵਿੱਚ ਪਾਓ ਜੀ, ਮਾਇਆ ਦੀ ਪੂਜਾ ਜ਼ਿਆਦਾ ਹੁੰਦੀ ਆ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਮਾਇਆ ਨੂੰ ਮੱਥਾ ਟੇਕਦਾ ਜ਼ਿਆਦਾ। ਇਸ ਕਰਕੇ ਮਾਇਆ ਦਾ ਹੀ ਰੌਲਾ ਗੁਰਦੁਆਰਿਆਂ 'ਚ, ਮਾਇਆ ਦਾ ਹੀ ਝਗੜਾ ਸਾਰਾ। ਪਰ ਮਹਾਰਾਜ ਕਹਿੰਦੇ ਨੇ ਮੇਰਾ ਮਾਲਕ ਤਾਂ ਅਕਾਲ ਪੁਰਖ ਵਾਹਿਗੁਰੂ। ਈ ਤੋਂ ਭਾਵ ਹੈ ਸਰਸਤੀ। ਲੋਕ ਸਰਸਤੀ ਦੀ ਪੂਜਾ ਤਾਂ ਕਰਦੇ ਨੇ ਕਿਉਂਕਿ ਵਿਦਿਆ ਦੀ ਦਾਤੀ ਹੈ। ਹੁਣ ਇਹਨੂੰ ਕੱਲਿਆਂ ਕੱਲਿਆਂ ਨੂੰ ਮੰਨੀਏ? ਪਹਿਲਾਂ ਬਈ ਪਾਰਬਤੀ ਨੂੰ ਮੱਥਾ ਟੇਕੀਏ, ਮਹਾਰਾਜ ਕਹਿੰਦੇ ਫਿਰ ਜਾ ਕੇ ਟੇਕੀਏ ਮਾਇਆ ਨੂੰ, ਲక్ష్ਮੀ ਨੂੰ, ਫਿਰ ਮੱਥਾ ਟੇਕੀਏ ਸਰਸਤੀ ਨੂੰ, ਫਿਰ ਬ੍ਰਹਮਾ ਨੂੰ ਮੱਥਾ ਟੇਕੀਏ, ਕਦੇ ਵਿਸ਼ਨੂੰ ਨੂੰ ਟੇਕੀਏ।
ਕਹਿੰਦੇ ਬੰਦਾ ਬੁੜਾ ਹੋ ਜਾਏਗਾ ਮੱਥਾ ਟੇਕਦਾ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ, 40 ਕਰੋੜ ਦੇ ਕਰੀਬ ਗਿਣਤੀ ਹੈ। ਜੇ ਇੱਕ ਇੱਕ ਚੌਲ ਰੱਖ ਕੇ ਮੱਥਾ ਟੇਕਿਆ, 1.25 ਮਣ ਤਾਂ ਰੋਜ਼ ਚੌਲ ਚਾਹੀਦੇ ਆਪਾਂ ਨੂੰ, ਤੇ ਸ਼ਾਮ ਤੱਕ ਤਾਂ ਮੱਥਾ ਹੀ ਟੇਕ ਹੋਊਗਾ ਇਹਨਾਂ ਨੂੰ। ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਗਏ ਹੋ? ਤੁਸੀਂ ਕਿਉਂ ਨਹੀਂ ਇੱਕ ਨੂੰ ਮੰਨਦੇ, ਇੱਕ ਦੇ ਮਗਰ ਕਿਉਂ ਨਹੀਂ ਲੱਗਦੇ? ਇਹ ਜਿਹੜੀ ਸ਼ਕਤੀ ਬਣਾਈ ਹੈ ਅਕਾਲ ਪੁਰਖ ਨੇ, ਵਿਦਿਆ ਸਰਸਤੀ ਬਣਾਈ ਹੈ, ਬਣਾਈ ਤਾਂ ਅਕਾਲ ਪੁਰਖ ਨੇ ਹੀ ਆ ਨਾ। ਇਸ ਕਰਕੇ ਮੈਂ ਤਾਂ ਆਪਣੇ ਸਤਿਗੁਰੂ ਨੂੰ ਹੀ ਆਪਣਾ ਵਿਦਿਆ ਦਾਤਾ ਮੰਨਦਾ। ਮਹਾਰਾਜ ਨੇ ਇੱਕ ਪ੍ਰਸ਼ਨ ਹੋਰ ਕਰਦਾ ਉਹਨਾਂ ਨੂੰ। ਮਹਾਰਾਜ ਕਹਿਣ ਲਈ ਆਓ ਦੱਸੋ ਬਈ ਇਹ ਜਿਹੜੀ ਤੁਹਾਡੀ ਸਰਸਤੀ ਹੈ ਇਹ ਕਿਹੜੀ ਕਿਹੜੀ ਵਿਦਿਆ ਦਿੰਦੀ ਹੈ? ਕਹਿੰਦੇ ਜੀ 14 ਵਿਦਿਆ ਦੀ ਮਾਲਕ ਹੈ। 14 ਵਿਦਿਆ ਹੋ ਗਈਆਂ, ਤੈਰਾਕੀ ਦੀ ਵਿਦਿਆ, ਸੰਗੀਤ ਦੀ ਵਿਦਿਆ, ਜੋਤਿਸ਼ ਵਿਦਿਆ, ਸਕੂਲੀ ਵਿਦਿਆ, ਹੋਰ ਬਹੁਤ ਸਾਰੀਆਂ ਵਿਦਿਆ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ 14 ਵਿਦਿਆ ਹੋ ਗਈਆਂ ਤੁਹਾਡੀਆਂ। ਹਾਂ, ਕਹਿੰਦੇ ਲਓ ਸਰਸਤੀ ਨੂੰ ਮੈਂ ਤੁਹਾਡੇ ਕੋਲ ਖੜੀ ਕਰ ਦਿੰਦਾ, ਤੁਸੀਂ ਸਰਸਤੀ ਅੱਗੇ ਹੱਥ ਜੋੜ ਕੇ ਕਹੋ ਇਹ ਮਾਤਾ ਸਾਨੂੰ ਬ੍ਰਹਮ ਵਿਦਿਆ ਦੇ ਦੇ। ਤੁਸੀਂ ਕਹੋ ਉਹਨੂੰ। ਕਹਿੰਦੇ ਮਹਾਰਾਜ ਬ੍ਰਹਮ ਵਿਦਿਆ ਤਾਂ ਨਹੀਂ ਦੇ ਸਕਦੀ ਉਹ। ਕਹਿੰਦੇ ਕਿਉਂ? ਨਾਲੇ ਤੁਸੀਂ ਉਹਨੂੰ ਵਿਦਿਆ ਦੀ ਦਾਤੀ ਮੰਨਿਆ ਹੋਇਆ। ਕਹਿੰਦੇ ਜੀ ਬ੍ਰਹਮ ਦੀ ਵਿਦਿਆ ਤਾਂ ਕੇਵਲ ਬ੍ਰਹਮ ਹੀ ਦੇ ਸਕਦਾ। ਕਹਿੰਦੇ ਫੇਰ ਉਹਨੂੰ ਕਿਉਂ ਮਾਂ ਮੰਨਦੇ ਹੋ ਆਪਣੀ? ਉਹ ਵਿਦਿਆ ਦਾਤੀ ਹੈ ਤਾਂ ਸੰਸਾਰੀ ਵਿਦਿਆ ਦੀ ਦਾਤੀ ਹੈ, ਬ੍ਰਹਮ ਦੀ ਵਿਦਿਆ ਤਾਂ ਬ੍ਰਹਮ ਹੀ ਦੇ ਸਕਦਾ ਨਾ। ਇਸ ਕਰਕੇ ਮਹਾਰਾਜ ਕਹਿੰਦੇ ਫੇਰ 14 ਵਿਦਿਆ ਪੜ੍ਹਨ ਤੋਂ ਬਾਅਦ ਇਨਸਾਨ ਜਦੋਂ ਬ੍ਰਹਮ ਵਿਦਿਆ ਮੰਗੂਗਾ ਤਾਂ ਇਹ ਕਹਿ ਦੀ ਇਹ ਮੇਰੇ ਕੋਲ ਨਹੀਂ ਹੈ, ਇਹ ਉਹ ਅਕਾਲ ਪੁਰਖ ਤੋਂ ਮੰਗੋ। ਤਾਂ ਇਸ ਕਰਕੇ ਅਸੀਂ ਕਹਿੰਦੇ ਸਤਿਗੁਰੂ ਤੋਂ ਹੀ ਬ੍ਰਹਮ ਵਿਦਿਆ ਮੰਗੋ। ਜਿਹੜੇ ਇਨਸਾਨ ਕੋਲ ਬ੍ਰਹਮ ਵਿਦਿਆ ਨਾ, ਉਹਦੇ ਕੋਲ ਦੁਨੀਆ ਦੀਆਂ ਸਾਰੀਆਂ ਵਿਦਿਆ ਹੱਥ ਜੋੜ ਕੇ ਖੜੀਆਂ ਹੋਣ। ਜਿਹਦੇ ਕੋਲ ਮੂਲ ਮੰਤਰ ਹੈ ਨਾ, ਜਦ ਤੀਜੇ ਪਾਤਸ਼ਾਹ ਵੇਲੇ ਪੰਡਤਾਂ ਨੇ ਇਹ ਕੇਸ ਕਰਤਾ ਅਕਬਰ ਦੀ ਅਦਾਲਤ ਵਿੱਚ ਕਿ ਇਹਨਾਂ ਨੇ ਨਵਾਂ ਇੱਕ ਰਚਿਆ ਗੁਰੂ ਗ੍ਰੰਥ ਸਾਹਿਬ, ਇਹਨਾਂ ਨੇ ਜੀ ਇੱਕ ਨਵਾਂ ਵਾਹਿਗੁਰੂ ਮੰਤਰ ਬਣਾਇਆ ਜੀ, ਇਹਨਾਂ ਨੇ ਹਰਮੰਦਰ ਸਾਹਿਬ ਬਣਾਇਆ ਜਾਂ ਬੌਲੀ ਸਾਹਿਬ ਦੇ ਤੀਰਥ ਰਚਿਆ ਉਦੋਂ ਤੀਜੇ ਪਾਤਸ਼ਾਹ ਵੇਲੇ। ਤੇ ਇਹ ਜਿਹੜਾ ਹੈ ਇਹ ਸਾਡੇ ਧਰਮ ਤੇ ਹਮਲਾ, ਇਹ ਬਣਾਉਣਾ ਨਹੀਂ ਚਾਹੀਦਾ। 4 ਵੇਦ ਹੈਗੇ, ਗੁਰੂ ਗ੍ਰੰਥ ਸਾਹਿਬ ਦੀ ਕੀ ਲੋੜ ਹੈ? ਤਾਂ ਹੁਣ ਉੱਥੇ ਤਰੀਕ ਤੇ ਜਾਣਾ ਸੀ ਲਾਹੌਰ। ਮਹਾਰਾਜ ਤੀਜੇ ਪਾਤਸ਼ਾਹ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਨੂੰ ਤੁਸੀਂ ਜਾਓ, ਤੁਸੀਂ ਜਾ ਕੇ ਚਰਚਾ ਕਰਕੇ ਸਾਰੀ ਗੱਲ ਦੱਸੋ। ਚੌਥੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ, ਨਾ ਮੈਂ ਕੋਈ ਵੇਦ ਪੜ੍ਹਿਆ, ਨਾ ਸ਼ਾਸਤਰ, ਨਾ ਸਿਮਰਤੀਆਂ ਉਪਨਿਸ਼ਦਾਂ, ਤੇ ਮੈਂ ਉੱਥੇ ਜਵਾਬ ਕਿੱਦਾਂ ਦੇਵਾਂਗਾ? ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਮੂਲ ਮੰਤਰ ਦੇ ਅਧੀਨ ਹੈ ਸਾਰੀਆਂ ਵਿਦਿਆ, ਜਿੰਨੀ ਦੁਨੀਆ ਦੀ ਵਿਦਿਆ ਛੋਟੀਆਂ ਛੋਟੀਆਂ ਜੋ ਵੀ, ਕਹਿੰਦੇ ਮੂਲ ਮੰਤਰ ਦੇ ਅਧੀਨ ਕੀ ਨਹੀਂ ਹੈ। ਤੁਸੀਂ ਜਦੋਂ ਜਾ ਕੇ ਉੱਥੇ ਖੜੋਗੇ ਨਾ ਤਾਂ ਤੁਸੀਂ 5 ਵਾਰੀ ਮੂਲ ਮੰਤਰ ਪੜ੍ਹ ਲੈਣਾ, ਤੁਹਾਡੇ ਖੱਬੇ ਹੱਥ ਸਾਰੀਆਂ ਵਿਦਿਆ ਹੱਥ ਜੋੜ ਕੇ ਖੜ ਜਾਣਗੀਆਂ ਆ ਕੇ, ਜਿਹੜਾ ਮਰਜ਼ੀ ਜਵਾਬ ਦੇ ਲਿਓ। ਜਦ ਚੌਥੇ ਪਾਤਸ਼ਾਹ ਮਹਾਰਾਜ ਗਏ, 5 ਮੂਲ ਮੰਤਰ ਦੇ ਪਾਠ ਕੀਤੇ, ਜਾਂ ਖੜੇ ਵਿਦਿਆ ਹੀ ਵਿਦਿਆ ਖੜ ਗਈਆਂ ਸਾਰੀਆਂ ਆ ਕੇ, ਸਾਰੇ ਜਵਾਬ ਦੇ ਦਿੱਤੇ। ਉਸ ਵਕਤ ਤਾਂ ਜੈ ਜੈਕਾਰ ਹੋ ਗਈ ਚੌਥੇ ਪਾਤਸ਼ਾਹ ਦੀ, ਗੁਰੂ ਘਰ ਦੀ ਜੈ ਜੈਕਾਰ ਹੋਈ, ਬ੍ਰਾਹਮਣ ਸਾਰੇ ਹਾਰ ਗਏ ਚਰਚਾ 'ਚ। ਸੋ ਇਸ ਕਰਕੇ ਜਿਹੜੀ ਹੈ ਜੋ ਵੀ ਕੁਝ ਮੰਗਣਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਹੀ ਮੰਗਣਾ ਹੈ। ਇਹ ਗੁਰਸਿੱਖ ਵੀ ਜਾਣ ਲਓ, ਐਵੇਂ ਇੱਧਰ ਉੱਧਰ ਭਟਕੇ ਫਿਰੋਂ ਕਿਤੇ, ਅਖੀਰ ਤਾਂ ਸਾਰਾ ਕੁਝ ਇੱਥੋਂ ਹੀ ਮਿਲਣਾ ਆਪਾਂ ਨੂੰ। ਜਿੰਨਾ ਮਰਜ਼ੀ ਨਿਸ਼ਚਾ ਡਲਾ ਕੇ ਕੋਈ ਭੱਜਿਆ ਫਿਰੇ, ਮਹਾਰਾਜ ਨੇ ਕਹਿਤਾ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਉਹ ਇੱਧਰ ਉੱਧਰ ਭਾਵੇਂ ਭਟਕਦੇ ਫਿਰਨ, ਜਿਨ੍ਹਾਂ ਦਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਟਿਕ ਗਿਆ, ਕੋਈ ਵੱਡੀ ਗੱਲ ਨਹੀਂ। ਯਕੀਨ ਕਰੋ ਇਸ ਗੱਲ ਤੇ। ਰਾਗੀ ਜੀਤਾ ਸਿੰਘ ਹੁੰਦਾ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨਾਲ ਲਾਹੌਰ, ਜਦੋਂ ਬੜੀ ਪੁਰਾਣੀ ਗੱਲ ਹੈ, ਲਾਹੌਰ ਮੁਸਲਮਾਨਾਂ ਦਾ ਬਹੁਤ ਵੱਡਾ ਸਮਾਗਮ ਸੀ, ਇੱਕ ਰਾਗਾਂ ਦਾ ਸਮਾਗਮ ਸੀ। ਇਹ ਜੀਤਾ ਸਿੰਘ ਹੁਣੀ ਰਾਗੀ ਸੀ, ਮਹਾਂਪੁਰਸ਼ਾਂ ਕੋਲੇ ਇਹ ਵੀ ਚਲੇ ਗਏ ਦੇਖਣ ਵਾਸਤੇ। ਚਲੋ ਰਾਗੀਆਂ ਨੂੰ ਸ਼ੌਂਕ ਹੁੰਦਾ ਰਾਗ ਵਿਦਿਆ ਦੇਖਾਂਗੇ। ਸਟੇਜ ਤੇ ਜਾ ਕੇ ਕਹਿੰਦੇ ਮੈਨੂੰ ਵੀ 1-2 ਮਿੰਟ ਦਿਓ, ਮੈਂ ਵੀ ਰਾਗ ਜਾਣਦਾ। ਉਹ ਹੱਸ ਪਏ ਸਾਰੇ ਜਣ। ਮੁਸਲਮਾਨ ਕਹਿੰਦੇ ਉਹ ਤੁਹਾਨੂੰ ਸਿੱਖਾਂ ਨੂੰ ਰਾਗ ਨਹੀਂ ਦਿੱਤਾ,
ਰੱਬ ਨੇ ਜਾ ਆਪਣਾ ਕੰਮ ਕਰ ਜਾ ਕੇ। ਇਹ ਤਾਂ ਸਾਨੂੰ ਹੀ ਬਖਸ਼ਿਸ਼ ਹੋਈ ਵੀ ਆ, ਅੱਲਾਹ ਤਾਲਾ ਵੱਲੋਂ ਰਾਗ ਸਾਡੇ ਕੋਲ ਹੀ ਆ। ਜੀਤਾ ਸਿੰਘ ਦੇ ਮਨ ਨੂੰ ਬੜੀ ਸੱਟ ਵੱਜੀ, ਆ ਕੇ ਮਹਾਂਪੁਰਸ਼ਾਂ ਨੂੰ ਕਹਿੰਦਾ ਜੀ ਅੱਜ ਤੇ ਬੜੀ ਨਾ